हाँ जी, स्वागत है जी ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ ਐਗਜ਼ਾਮ ਸਟੱਡੀ ਵਿਦ ਜੌਬ ਅਲਰਟ ਤੇ। ਸੋ ਮਾਸਟਰ ਕੇਡਰ ਹਿਸਟਰੀ ਅਗਲਾ ਭਾਗ ਅਗਲੇ ਨਵੇਂ MCQ ਪ੍ਰਸ਼ਨ ਉੱਤਰ ਲੈ ਕੇ ਆਏ ਹਾਂ। ਸੋ ਟੌਪਿਕ ਹੈ ਜਿਹੜਾ ਆਪਾਂ ਸਟਾਰਟ ਕਰਿਆ ਹੋਇਆ ਸਿੰਧੂ ਘਾਟੀ ਅਤੇ ਹੜੱਪਾ ਸੱਭਿਅਤਾ। ਸੋ ਇਸ ਨਾਲ ਸੰਬੰਧਿਤ ਜਿੰਨੇ ਵੀ ਪ੍ਰਸ਼ਨ ਉੱਤਰ ਬਣਦੇ ਆ ਇਸ ਟੌਪਿਕ ਤੇ ਸੋ ਸਾਰੇ ਤੁਹਾਨੂੰ ਕੰਟੀਨਿਊ ਪ੍ਰੋਵਾਈਡ ਕਰ ਰਹੇ ਹਾਂ। ਸੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਤੁਹਾਨੂੰ ਡੇਲੀ ਕਲਾਸ ਦੀ ਅਪਡੇਟ ਹੈ ਜਿਹੜੀ ਮਿਲਦੀ ਰਹੇ। ਇਸ ਤੋਂ ਪਹਿਲਾਂ ਅਗਰ ਤੁਸੀਂ ਪਹਿਲਾਂ ਵਾਲੀ ਭਾਗ ਰੀਡ ਨਹੀਂ ਕੀਤੇ ਤਾਂ ਵੀਡੀਓ ਦੀ ਡਿਸਕ੍ਰਿਪਸ਼ਨ ਦੇ ਵਿੱਚ ਜਾਂ ਫਿਰ ਚੈਨਲ ਦੀ ਪਲੇਲਿਸਟ ਵਿੱਚ ਜਾ ਕੇ ਇਸ ਤੋਂ ਪਹਿਲਾਂ ਵਾਲੇ ਭਾਗ ਨੇ ਰੀਡ ਕਰ ਸਕਦੇ ਹੋ। ਸੋ 5 ਭਾਗ ਜਿਹੜੇ ਤੁਹਾਨੂੰ ਪ੍ਰੋਵਾਈਡ ਕੀਤੇ ਗਏ ਨੇ। ਸੋ ਟੌਪਿਕ ਦੇ ਅਨੁਸਾਰ ਕੰਟੀਨਿਊ ਕਲਾਸ ਜਿਹੜੀ ਚੱਲ ਰਹੀ ਹੈ। ਤਾਂ ਸਟਾਰਟ ਕਰਦੇ ਹਾਂ ਜੀ। ਤਾਂ ਪ੍ਰਸ਼ਨ ਨੰਬਰ 21 ਤੋਂ ਸਟਾਰਟ ਕਰਾਂਗੇ। 1922 ਈਸਵੀ ਦੇ ਵਿੱਚ ਮੋਹਨਜੋਦੜੋ ਦੇ ਵਿੱਚ ਹੜੱਪਾ ਸੱਭਿਅਤਾ ਦੀ ਜਿਹੜੀ ਖੋਜ ਹੈ ਉਹ ਕਿਸ ਨੇ ਕੀਤੀ ਸੀ? ਰਖਲਦਾਸ ਬੈਨਰਜੀ ਨੇ, ਦਇਆਰਾਮ ਸਾਹਨੀ ਨੇ, RS ਵਿਸਤ ਨੇ ਜਾਂ ਫਿਰ ਜੌਨ ਮਾਰਸ਼ਲ ਨੇ। ਤਾਂ ਇਹ ਖੋਜ ਹੈ ਜਿਹੜੀ ਰਖਲਦਾਸ ਬੈਨਰਜੀ ਨੇ ਕੀਤੀ ਸੀ 1922 ਦੇ ਵਿੱਚ ਮੋਹਨਜੋਦੜੋ ਦੇ ਵਿੱਚ ਹੜੱਪਾ ਸੱਭਿਅਤਾ ਦੀ। ਤਾਂ ਆਪਸ਼ਨ ਊੜਾ ਜਿਹੜਾ ਸਾਡਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ ਮੋਹਨਜੋਦੜੋ ਕਿੱਥੇ ਸਥਿਤ ਹੈ? ਮਿਟੰਗੁਰੀ, ਉੱਤਰਾਖੰਡ, ਮੇਰਠ ਜਾਂ ਸਿੰਧ ਪ੍ਰਾਂਤ ਦੇ ਲਰਕਾਣਾ ਜ਼ਿਲ੍ਹੇ ਦੇ ਵਿੱਚ। ਤਾਂ ਮੋਹਨਜੋਦੜੋ ਆ ਜਿਹੜੀ ਉਹ ਸਿੰਧ ਪ੍ਰਾਂਤ ਦੇ ਲਰਕਾਣਾ ਜੋ ਜ਼ਿਲ੍ਹਾ ਹੈ ਇਹਦੇ ਵਿੱਚ ਸਥਿਤ ਹੈ। ਆਪਸ਼ਨ ਸੱਸਾ ਸਾਡਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ ਮੋਹਨਜੋਦੜੋ ਕਿਹੜੀ ਨਦੀ 'ਤੇ ਸਥਿਤ ਹੈ? ਰਾਵੀ, ਸਤਲੁਜ, ਜਿਹਲਮ ਜਾਂ ਫਿਰ ਸਿੰਧ। ਤਾਂ ਮੋਹਨਜੋਦੜੋ ਆ ਜਿਹੜੀ ਇਹ ਸਿੰਧ ਨਦੀ ਦੇ ਸਥਿਤ ਹੈ। ਆਪਸ਼ਨ ਸੱਸਾ ਸਾਡਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ ਮੋਹਨਜੋਦੜੋ ਤੋਂ ਮਿਲਣ ਵਾਲੇ ਸਿੰਧ ਘਾਟੀ ਸੱਭਿਅਤਾ ਦੇ ਚਿੰਨ੍ਹ ਕਿਹੜੇ ਕਿਹੜੇ ਸੀ? ਨਾਚੀ ਦੀ ਕਾਂਸੀ ਦੀ ਮੂਰਤੀ, ਦਾੜੀ ਵਾਲੇ ਆਦਮੀ ਦਾ ਲਾਲ ਪੱਥਰ ਦਾ ਧੜ, ਵਿਸ਼ਾਲ ਇਸ਼ਨਾਨ ਘਰ ਜਾਂ ਉਪਰੋਕਤ ਸਾਰੇ। ਤਾਂ ਮੋਹਨਜੋਦੜੋ ਤੋਂ ਮਿਲਣ ਵਾਲੇ ਸਿੰਧ ਘਾਟੀ ਸੱਭਿਅਤਾ ਦੇ ਜਿਹੜੇ ਚਿੰਨ੍ਹ ਸੀ ਤਾਂ ਇਹ ਉਪਰੋਕਤ ਸਾਰੇ ਸੀਗੇ, ਜਿਹਦੇ ਵਿੱਚ ਕਾਂਸੀ ਦੀ ਮੂਰਤੀ, ਦਾੜੀ ਵਾਲੇ ਆਦਮੀ ਦਾ ਲਾਲ ਪੱਥਰ ਦਾ ਧੜ ਅਤੇ ਵਿਸ਼ਾਲ ਇਸ਼ਨਾਨ ਘਰ ਸ਼ਾਮਲ ਸੀ। ਸੋ ਉਪਰੋਕਤ ਸਾਰੇ ਜਿਹੜਾ ਸਾਡਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ ਮੋਹਨਜੋਦੜੋ ਦੇ ਵਿੱਚ ਮਿਲੀ ਪਸ਼ੂਪਤੀ ਦੀ ਮੋਹਰ ਦੀ ਮੂਰਤੀ ਦੇ ਦੁਆਲੇ ਕਿਹੜੇ ਜਾਨਵਰਾਂ ਦੇ ਚਿੱਤਰ ਨੇ ਜਿਹੜੇ ਮਿਲੇ ਨੇ? ਬਾਰਾਸਿੰਗਾ, ਚੀਤਾ, ਮੱਝ, ਹਾਥੀ ਅਤੇ ਉਪਰੋਕਤ ਸਾਰੇ। ਤਾਂ ਇਹ ਜਾਨਵਰ ਸੀਗੇ ਜੀ ਹਾਥੀ ਅਤੇ ਉਪਰੋਕਤ ਸਾਰੇ। ਆਪਸ਼ਨ ਸੱਸਾ ਜੋ ਮੋਹਨਜੋਦੜੋ ਦੇ ਵਿੱਚ ਪਸ਼ੂਪਤੀ ਦੀ ਮੋਹਰ ਮਿਲੀ ਹੈ। ਸੋ ਇਹ ਵੀ ਕੁਐਸਚਨ ਪੁੱਛਿਆ ਜਾ ਸਕਦਾ ਹੈ ਪਸ਼ੂਪਤੀ ਦੀ ਮੋਹਰ ਕਿੱਥੋਂ ਮਿਲੀ ਹੈ? ਤਾਂ ਮੋਹਨਜੋਦੜੋ ਤੋਂ। ਕਿਹੜੇ ਕਿਹੜੇ ਜਾਨਵਰਾਂ ਦੇ ਚਿੱਤਰ ਨੇ ਜਿਹੜੇ ਇਸ ਦੌਰਾਨ ਮਿਲੇ ਨੇ ਮੂਰਤੀ ਦੇ ਦੁਆਲੇ? ਹਾਥੀ ਅਤੇ ਉਪਰੋਕਤ ਸਾਰੇ। ਤਾਂ ਆਪਸ਼ਨ ਸੱਸਾ ਸਾਡਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ ਸਿੰਧ ਘਾਟੀ ਸੱਭਿਅਤਾ ਦਾ ਸਭ ਤੋਂ ਵੱਡਾ ਕੇਂਦਰ ਕਿਹੜਾ ਹੈ? ਹੜੱਪਾ, ਮੋਹਨਜੋਦੜੋ, ਚਨੋਜੋਦੜੋ ਜਾਂ ਫਿਰ ਰੋਪੜ। ਤਾਂ ਸਿੰਧ ਘਾਟੀ ਸੱਭਿਅਤਾ ਦਾ ਸਭ ਤੋਂ ਵੱਡਾ ਕੇਂਦਰ ਹੈ ਜਿਹੜਾ ਉਹ ਮੋਹਨਜੋਦੜੋ ਹੈ। ਆਪਸ਼ਨ ਆੜਾ ਸਾਡਾ ਰਾਈਟ ਆਨਸਰ ਬਣੇਗਾ। ਅਗਲਾ ਪ੍ਰਸ਼ਨ ਹੈ ਸ਼ਾਹੀ ਇਸ਼ਨਾਨ ਘਰ ਨਾਲ ਕਿਹੜਾ ਸ਼ਹਿਰ ਹੈ ਜਿਹੜਾ ਉਹ ਸੰਬੰਧਿਤ ਹੈ? ਹੜੱਪਾ, ਧੌਲਾਵੀਰਾ, ਕਾਲੀਬੰਗਾ ਜਾਂ ਫਿਰ ਮੋਹਨਜੋਦੜੋ। ਤਾਂ ਸ਼ਾਹੀ ਇਸ਼ਨਾਨ ਘਰ ਨਾਲ ਜਿਹੜਾ ਸ਼ਹਿਰ ਸੰਬੰਧਿਤ ਹੈ ਉਹ ਮੋਹਨਜੋਦੜੋ ਹੈ। ਆਪਸ਼ਨ ਸੱਸਾ ਸਾਡਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ ਮੋਹਨਜੋਦੜੋ ਵਿੱਚ ਮਿਲੀ ਨਾਚੀ ਦੀ ਮੂਰਤੀ ਕਿਸ ਧਾਤ ਦੀ ਬਣੀ ਹੋਈ ਹੈ? ਸੋ ਇਹ ਵੀ ਕੁਐਸਚਨ ਪੁੱਛਿਆ ਜਾਂਦਾ ਕਿ ਨਾਚੀ ਦੀ ਮੂਰਤੀ ਕਿੱਥੋਂ ਮਿਲੀ ਹੈ? ਤਾਂ ਮਿਲੀ ਹੈ ਮੋਹਨਜੋਦੜੋ ਦੇ ਵਿੱਚ। ਇਹ ਕਿਹੜੀ ਧਾਤ ਦੀ ਬਣੀ ਹੈ ਇਹ ਦੱਸਣਾ ਹੈ। ਚਾਂਦੀ, ਕਾਂਸੀ, ਤਾਂਬਾ ਜਾਂ ਫਿਰ ਲੋਹੇ ਦੀ। ਤਾਂ ਇਹ ਮੂਰਤੀ ਬਣੀ ਹੈ ਜੀ ਕਾਂਸੀ ਦੀ। ਜੋ ਮੋਹਨਜੋਦੜੋ ਦੇ ਵਿੱਚੋਂ ਨਾਚੀ ਦੀ ਮੂਰਤੀ ਮਿਲੀ ਹੈ ਇਹ ਕਾਂਸੀ ਧਾਤ ਦੀ ਬਣੀ ਹੈ। ਆਪਸ਼ਨ ਆੜਾ ਸਾਡਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ ਸਿੰਧ ਘਾਟੀ ਨਾਲ ਸੰਬੰਧਿਤ ਸਭ ਤੋਂ ਵੱਧ ਮੋਹਰਾਂ ਕਿਸ ਸਥਾਨ ਤੋਂ ਮਿਲੀਆਂ ਨੇ? ਹੜੱਪਾ, ਮੋਹਨਜੋਦੜੋ, ਚਨੋਜੋਦੜੋ ਜਾਂ ਫਿਰ ਰੋਪੜ ਤੋਂ।
ਤਾਂ ਸਿੰਧ ਘਾਟੀ ਨਾਲ ਸੰਬੰਧਿਤ ਸਭ ਤੋਂ ਵੱਧ ਮੋਹਰਾਂ ਨੇ ਜਿਹੜੀਆਂ ਇਹ ਵੀ ਮੋਹਨਜੋਦੜੋ ਸਥਾਨ ਤੋਂ ਨੇ ਜਿਹੜੀਆਂ ਮਿਲੀਆਂ ਨੇ। ਸੋ ਸਭ ਤੋਂ ਵੱਡਾ ਕੇਂਦਰ ਸਿੰਧੂ ਘਾਟੀ ਸੱਭਿਅਤਾ ਦਾ ਮੋਹਨਜੋਦੜੋ ਹੈ। ਸ਼ਾਹੀ ਇਸ਼ਨਾਨ ਘਰ ਨਾਲ ਸੰਬੰਧਿਤ ਸ਼ਹਿਰ ਹੈ ਜਿਹੜਾ ਉਹ ਵੀ ਮੋਹਨਜੋਦੜੋ ਹੈ। ਸਭ ਤੋਂ ਵੱਧ ਮੋਹਰਾਂ ਜਿਹੜੀਆਂ ਸਥਾਨ ਤੋਂ ਮਿਲੀਆਂ ਨੇ ਉਹ ਵੀ ਮੋਹਨਜੋਦੜੋ ਤੋਂ ਮਿਲੀਆਂ ਨੇ। ਤਾਂ ਆਪਸ਼ਨ ਆੜਾ ਸਾਡਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ, ਸਿੰਧ ਘਾਟੀ ਸੱਭਿਅਤਾ ਦੇ ਦੌਰਾਨ ਮਿਲੀਆਂ ਮੋਹਰਾਂ ਉੱਤੇ ਜ਼ਿਆਦਾਤਰ ਕਿਹੜੇ ਜਾਨਵਰ ਦੇ ਚਿੱਤਰ ਨੇ ਜਿਹੜੇ ਮਿਲਦੇ ਨੇ? ਚੀਤਾ, ਹਾਥੀ, ਬਲਦ ਜਾਂ ਫਿਰ ਉਪਰੋਕਤ ਸਾਰੇ। ਤਾਂ ਜ਼ਿਆਦਾਤਰ ਬਲਦ ਦੇ ਜਿਹੜੇ ਚਿੱਤਰ ਮਿਲਦੇ ਨੇ ਜੋ ਸਿੰਧ ਘਾਟੀ ਸੱਭਿਅਤਾ ਦੇ ਦੌਰਾਨ ਮੋਹਰਾਂ ਪ੍ਰਾਪਤ ਹੋਈਆਂ ਨੇ। ਇਸ ਤੋਂ ਇਲਾਵਾ ਹਾਥੀ ਦੀਆਂ ਵੀ ਨੇ, ਚੀਤੇ ਦੀਆਂ ਵੀ ਨੇ, ਪਰ ਸਭ ਤੋਂ ਜ਼ਿਆਦਾ ਜਿਹੜੇ ਜਾਨਵਰ ਨੇ ਉਹ ਬਲਦ ਦੀਆਂ ਚਿੱਤਰ ਜਿਹੜੇ ਮਿਲਦੇ ਨੇ ਇਹਨਾਂ ਮੋਹਰਾਂ 'ਤੇ। ਆਪਸ਼ਨ ਈਡੀ ਸਾਡਾ ਰਾਈਟ ਆਨਸਰ ਆਏਗਾ। ਸੋ ਇਹ ਧਿਆਨ 'ਚ ਰੱਖਿਓ ਕਿ ਜ਼ਿਆਦਾ ਤਾਂ ਜਿਹੜੇ ਕਿਹੜੇ ਜਾਨਵਰ ਦੇ ਚਿੱਤਰ ਮਿਲਦੇ ਨੇ, ਅਗਰ ਇਹ ਪੁੱਛਿਆ ਜਾਂਦਾ ਤਾਂ ਬਲਦ ਆਏਗਾ। ਅਤੇ ਮੋਹਰਾਂ ਕਿਹੜੀਆਂ ਜਾਨਵਰ ਦੀਆਂ ਨੇ ਆਲੇ ਦੁਆਲੇ ਮੋਹਰ ਦੇ ਉੱਤੇ, ਤਾਂ ਉਹਦੇ ਵਿੱਚ ਇਹ ਸਾਰੀ ਆ ਜਾਏਗਾ, ਹਾਥੀ ਅਤੇ ਉਪਰੋਕਤ ਸਾਰੇ। ਤਾਂ ਇਹ ਜ਼ਰੂਰ ਧਿਆਨ ਵਿੱਚ ਰੱਖਿਓ। ਹੇਠਾਂ ਦਿੱਤੇ ਵਿੱਚੋਂ ਸਿੰਧ ਘਾਟੀ ਸੱਭਿਅਤਾ ਦਾ ਕਿਹੜਾ ਕੇਂਦਰ ਭਾਰਤ ਦੇ ਵਿੱਚ ਨਹੀਂ ਹੈ? ਲੋਥਲ, ਰੋਪੜ, ਕਾਲੀਬੰਗਾ ਜਾਂ ਫਿਰ ਮੋਹਨਜੋਦੜੋ। ਤਾਂ ਇਹਦਾ ਆਨਸਰ ਤੁਹਾਨੂੰ ਪਤਾ ਲੱਗ ਗਿਆ ਹੋਏਗਾ। ਮੋਹਨਜੋਦੜੋ ਜੋ ਸਿੰਧ ਘਾਟੀ ਸੱਭਿਅਤਾ ਦਾ ਕੇਂਦਰ ਹੈ ਅਤੇ ਭਾਰਤ ਦੇ ਵਿੱਚ ਨਹੀਂ ਹੈ। ਤਾਂ ਇਹ ਕਿੱਥੇ ਹੈ? ਤਾਂ ਮੋਹਨਜੋਦੜੋ ਜਿਹੜਾ ਸਿੰਧ ਪ੍ਰਾਂਤ ਦੇ ਲਰਕਾਣਾ ਜ਼ਿਲ੍ਹੇ ਦੇ ਵਿੱਚ ਸਥਿਤ ਹੈ। ਤਾਂ ਇਹਦੇ ਵਿੱਚ ਆਪਸ਼ਨ ਸੱਸਾ ਸਾਡਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ, ਸਿੰਧ ਘਾਟੀ ਸੱਭਿਅਤਾ ਦੇ ਸਮੇਂ ਵਿਸ਼ਾਲ ਅਨਾਜ ਘਰ ਕਿੱਥੇ ਮਿਲਿਆ ਸੀ? ਲੋਥਲ, ਰੋਪੜ, ਕਾਲੀਬੰਗਾ ਜਾਂ ਫਿਰ ਮੋਹਨਜੋਦੜੋ। ਤਾਂ ਸਿੰਧ ਘਾਟੀ ਨਾਲ ਸੰਬੰਧਿਤ ਵਿਸ਼ਾਲ ਅਨਾਜ ਘਰ ਹੈ ਜਿਹੜਾ ਇਹ ਵੀ ਮੋਹਨਜੋਦੜੋ ਦੇ ਵਿੱਚ ਜਿਹੜਾ ਮਿਲਿਆ ਸੀਗਾ। ਅਗਲਾ ਪ੍ਰਸ਼ਨ ਹੈ, ਮੋਹਨਜੋਦੜੋ ਸ਼ਹਿਰ ਕਿਸ ਪ੍ਰਾਂਤ ਦੇ ਵਿੱਚ ਸਥਿਤ ਹੈ? ਤਾਂ ਇਹਦਾ ਆਨਸਰ ਤੁਹਾਨੂੰ ਪਤਾ ਲੱਗ ਗਿਆ ਹੋਏਗਾ। ਪੰਜਾਬ, ਗੁਜਰਾਤ, ਬਲੋਚਿਸਤਾਨ ਜਾਂ ਫਿਰ ਸਿੰਧ। ਤਾਂ ਅਗਰ ਪ੍ਰਾਂਤ ਪੁੱਛ ਲਿਆ ਜਾਂਦਾ ਹੈ ਤਾਂ ਸਿੰਧ ਦੇ ਵਿੱਚ ਸਥਿਤ ਹੈ। ਅਗਰ ਇਹ ਪੁੱਛ ਲਿਆ ਜਾਂਦਾ ਕਿ ਮੋਹਨਜੋਦੜੋ ਕਿੱਥੇ ਸਥਿਤ ਹੈ ਤਾਂ ਤੁਹਾਨੂੰ ਸਿੰਧ ਦੇ ਨਾਲ ਹੈ ਜਿਹੜੀ ਉਹ ਪ੍ਰਾਂਤ ਦੇ ਲਰਕਾਣਾ ਜ਼ਿਲ੍ਹਾ, ਸੋ ਇਹਦੇ ਵਿੱਚ ਨਾਲ ਆਪਸ਼ਨ ਐਡ ਹੋਏਗੀ। ਸੋ ਸਿੰਧ ਪ੍ਰਾਂਤ ਦੇ ਲਰਕਾਣਾ ਜ਼ਿਲ੍ਹੇ ਵਿੱਚ ਸਥਿਤ ਹੈ ਮੋਹਨਜੋਦੜੋ। ਬਸ ਇਹ ਯਾਦ ਰੱਖ ਲਿਓ। ਬਾਕੀ ਤੁਹਾਨੂੰ ਕਿਵੇਂ ਵੀ ਕੁਐਸਚਨ ਪਾ ਦੇਣੇ ਤੋੜ ਮਰੋੜ ਕੇ, ਸਿੰਧ ਆਪਸ਼ਨ ਤਾਂ ਮਿਲੇਗੀ ਅਤੇ ਤੁਹਾਨੂੰ ਯਾਦ ਹੈ ਜਿਹੜੀ ਇਹ ਵੀ ਰਹੇਗੀ। ਅਗਲਾ ਪ੍ਰਸ਼ਨ ਹੈ, ਲੋਥਲ ਕਿੱਥੇ ਸਥਿਤ ਹੈ? ਪੰਜਾਬ, ਗੁਜਰਾਤ, ਹਰਿਆਣਾ ਜਾਂ ਫਿਰ ਰਾਜਸਥਾਨ ਦੇ ਵਿੱਚ। ਤਾਂ ਲੋਥਲ ਹੈ ਜਿਹੜਾ ਉਹ ਗੁਜਰਾਤ ਦੇ ਵਿੱਚ ਸਥਿਤ ਹੈ। ਆਪਸ਼ਨ ਆੜਾ ਸਾਡਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ, ਕਿਹੜੇ ਸ਼ਹਿਰ ਤੋਂ ਪਤਾ ਲੱਗਦਾ ਹੈ ਕਿ ਸਿੰਧ ਘਾਟੀ ਸੱਭਿਅਤਾ ਦੇ ਲੋਕ ਜਹਾਜ਼ਰਾਨੀ ਕਰਦੇ ਸਨ? ਲੋਥਲ, ਰੰਗਪੁਰ, ਕਾਲੀਬੰਗਾ ਜਾਂ ਫਿਰ ਰਾਖੀਗੜ੍ਹੀ ਤੋਂ। ਤਾਂ ਇਹ ਸ਼ਹਿਰ ਹੈ ਜੀ ਲੋਥਲ। ਤਾਂ ਲੋਥਲ ਹੈ ਜਿਹੜਾ ਗੁਜਰਾਤ ਦੇ ਵਿੱਚ ਸਥਿਤ ਹੈ। ਇਸ ਸ਼ਹਿਰ ਤੋਂ ਪਤਾ ਲੱਗਦਾ ਹੈ ਕਿ ਸਿੰਧ ਘਾਟੀ ਸੱਭਿਅਤਾ ਦੇ ਜਿਹੜੇ ਲੋਕ ਸੀ ਉਹ ਜਹਾਜ਼ਰਾਨੀ ਕਰਦੇ ਸੀ। ਆਪਸ਼ਨ ਊੜਾ ਸਾਡਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ, ਕਿਸ ਸਥਾਨ ਤੋਂ ਇੱਟਾਂ ਦੀ ਬਣੀ ਹੋਈ ਬੰਦਰਗਾਹ ਦੇ ਖੰਡਰ ਮਿਲੇ ਨੇ? ਲੋਥਲ, ਸੰਘੋਲ, ਕਾਲੀਬੰਗਾ, ਰਾਖੀਗੜ੍ਹੀ। ਤਾਂ ਇਹ ਸਥਾਨ ਹੈ ਜੀ ਲੋਥਲ। ਸੋ ਇਹ ਵੀ ਸਾਡਾ ਊੜਾ ਰਾਈਟ ਆਨਸਰ ਆਏਗਾ। ਸੋ ਲੋਥਲ ਨਾਲ ਸੰਬੰਧਿਤ 2-3 ਕੁਐਸਚਨ ਬਣ ਗਏ। ਲੋਥਲ ਕਿੱਥੇ ਸਥਿਤ ਹੈ? ਗੁਜਰਾਤ ਦੇ ਵਿੱਚ। ਅਤੇ ਲੋਥਲ ਸਥਾਨ ਤੋਂ ਹੀ ਇਹ ਪਤਾ ਲੱਗਦਾ ਹੈ ਕਿ ਜੋ ਸਿੰਧੂ ਘਾਟੀ ਸੱਭਿਅਤਾ ਦੇ ਲੋਕ ਸੀ ਉਹ ਜਹਾਜ਼ਰਾਨੀ ਕਰਦੇ ਸੀ। ਅਤੇ ਇੱਟਾਂ ਦੀ ਬਣੀ ਹੋਈ ਜਿਹੜੀ ਬੰਦਰਗਾਹ ਦੇ ਖੰਡਰ ਨੇ ਉਹ ਵੀ ਲੋਥਲ ਤੋਂ ਮਿਲੇ ਨੇ। ਸੋ ਅਗਲਾ ਪ੍ਰਸ਼ਨ ਹੈ, ਚਾਵਲ ਦੇ ਨਿਸ਼ਾਨ ਸਿੰਧ ਘਾਟੀ ਸੱਭਿਅਤਾ ਦੇ ਕਿਹੜੇ ਸਥਾਨ 'ਤੇ ਮਿਲੇ ਨੇ? ਲੋਥਲ ਅਤੇ ਧੌਲਾਵੀਰਾ, ਲੋਥਲ ਅਤੇ ਰੰਗਪੁਰ, ਸੁਰਕੋਟਾ ਅਤੇ ਰਾਖੀਗੜ੍ਹੀ, ਚਿਨੋਦੜੋ ਅਤੇ ਕਾਲੀਬੰਗਾ। ਚਾਵਲ ਦੇ ਨਿਸ਼ਾਨ ਨੇ ਜਿਹੜੇ ਉਹ ਲੋਥਲ ਅਤੇ ਰੰਗਪੁਰ ਇਹ ਸਥਾਨ ਤੋਂ ਜਿਹੜੇ ਮਿਲੇ ਨੇ। ਅਗਲਾ ਪ੍ਰਸ਼ਨ ਹੈ,
ਹੇਠਾਂ ਦਿੱਤੇ ਵਿੱਚੋਂ ਹੜੱਪਾ ਸੱਭਿਅਤਾ ਦਾ ਕਿਹੜਾ ਸ਼ਹਿਰ ਗੁਜਰਾਤ ਦੇ ਵਿੱਚ ਨਹੀਂ ਹੈ? ਰੰਗਪੁਰ, ਲੋਥਲ, ਸੋ ਲੋਥਲ ਤਾਂ ਨਹੀਂ ਆਏਗਾ, ਲੋਥਲ ਗੁਜਰਾਤ ਦੇ ਵਿੱਚ ਹੈ। ਧੌਲਾਵੀਰਾ ਜਾਂ ਫਿਰ ਰਾਖੀਗੜ੍ਹੀ, ਤਾਂ ਇਹ ਸ਼ਹਿਰ ਹੈ ਜੀ ਰਾਖੀਗੜ੍ਹੀ, ਆਪਸ਼ਨ ਸੱਸਾ, ਜਿਹੜਾ ਹੜੱਪਾ ਸੱਭਿਅਤਾ ਦਾ ਸ਼ਹਿਰ ਹੈ ਅਤੇ ਗੁਜਰਾਤ ਦੇ ਵਿੱਚ ਨਹੀਂ ਹੈ। ਅਗਲਾ ਪ੍ਰਸ਼ਨ ਹੈ, ਕਾਲੀਬੰਗਾ ਤੋਂ ਮਿਲਣ ਵਾਲੇ ਹੜੱਪਾ ਸੱਭਿਅਤਾ ਦੇ ਮੁੱਖ ਨਿਸ਼ਾਨ ਕਿਹੜੇ ਕਿਹੜੇ ਸੀਗੇ? ਊਠ ਦੀਆਂ ਹੱਡੀਆਂ, ਖੂਹ, ਚੂੜੀਆਂ ਜਾਂ ਉਪਰੋਕਤ ਸਾਰੇ। ਤਾਂ ਕਾਲੀਬੰਗਾ ਤੋਂ ਜੋ ਮਿਲਣ ਵਾਲੇ ਹੜੱਪਾ ਸੱਭਿਅਤਾ ਦੇ ਮੁੱਖ ਨਿਸ਼ਾਨ ਸੀ ਉਹ ਉਪਰੋਕਤ ਸਾਰੇ ਸੀ। ਸੋ ਅਕਸਰ ਆਪਾਂ ਚੂੜੀਆਂ ਕੁਐਸਚਨ ਜ਼ਰੂਰ ਪੜ੍ਹਦੇ ਹਾਂ ਕਿ ਚੂੜੀਆਂ ਕਿੱਥੋਂ ਮਿਲੀਆਂ ਸੀ ਕਾਲੀਬੰਗਾ ਤੋਂ। ਤਾਂ ਇਸ ਤੋਂ ਇਲਾਵਾ ਊਠ ਦੀਆਂ ਹੱਡੀਆਂ ਅਤੇ ਖੂਹ ਅਤੇ ਚੂੜੀਆਂ ਤਾਂ ਸਾਰੀਆਂ ਸੀ ਇਹ ਕਾਲੀਬੰਗਾ ਤੋਂ ਪ੍ਰਾਪਤ ਹੋਈਆਂ ਸੀ, ਜੋ ਹੜੱਪਾ ਸੱਭਿਅਤਾ ਦੇ ਮੁੱਖ ਨਿਸ਼ਾਨ ਹੈ ਜਿਹੜੇ ਇਹ ਮੰਨੇ ਜਾਂਦੇ ਆ। ਸੋ ਆਪਸ਼ਨ ਸੱਸਾ ਰਾਈਟ ਆਨਸਰ ਆਏਗਾ। ਅਗਰ ਇਹਨਾਂ ਵਿੱਚੋਂ ਇੱਕ ਆਪਸ਼ਨ ਆ ਜਾਂਦੀ ਹੈ ਤਾਂ ਉਹ ਹਿਸਾਬ ਨਾਲ ਟਿਕ ਕਰ ਲਿਓ, ਕਿਉਂਕਿ ਕਨਫਿਊਜ਼ ਕਰਨ ਵਾਸਤੇ ਕਿਵੇਂ ਵੀ ਇਹਨੂੰ ਪੁੱਛਿਆ ਜਾ ਸਕਦਾ ਹੈ, ਜਾਂ ਇਹ ਵੀ ਪੁੱਛਿਆ ਜਾ ਸਕਦਾ ਹੈ ਕਿ ਇਹਨਾਂ ਵਿੱਚੋਂ ਉਹ ਕਿਹੜਾ ਨਿਸ਼ਾਨ ਹੈ ਜਿਹੜਾ ਕਾਲੀਬੰਗਾ ਤੋਂ ਪ੍ਰਾਪਤ ਹੋਇਆ ਸੀ। ਹੋ ਸਕਦਾ ਤੁਹਾਨੂੰ ਆਪਸ਼ਨ ਦੇ ਵਿੱਚ ਇੱਕ ਟਿਕ ਆਪਸ਼ਨ ਹੈ ਜਿਹੜੀ ਊਠ ਦੀਆਂ ਹੱਡੀਆਂ ਦੀ ਆ ਜਾਏ, ਜਾਂ ਖੂਹ ਦੀ ਆ ਜਾਏ, ਜਾਂ ਚੂੜੀਆਂ ਦੀ ਆ ਜਾਏ। ਅਗਰ ਇਸ ਤਰ੍ਹਾਂ ਬਣਾਇਆ ਹੈਗਾ ਤਾਂ ਉਪਰੋਕਤ ਸਾਰੇ ਆਏਗਾ। ਅਗਰ ਕੋਈ ਇੱਕ ਪੁੱਛ ਲਿਆ ਜਾਂਦਾ ਹੈ ਆਪਸ਼ਨ ਆਨਸਰ ਦੇ ਵਿੱਚ ਇੱਕ ਤੁਹਾਨੂੰ ਆਪਸ਼ਨ ਮਿਲਦੀ ਹੈ ਤਾਂ ਊਠ ਦੀਆਂ ਹੱਡੀਆਂ, ਖੂਹ ਅਤੇ ਚੂੜੀਆਂ ਤੋਂ ਇਹ ਕਾਲੀਬੰਗਾ ਤੋਂ ਮਿਲੀਆਂ ਸੀ ਅਤੇ ਹੜੱਪਾ ਸੱਭਿਅਤਾ ਦੇ ਮੁੱਖ ਨਿਸ਼ਾਨ ਸੀਗੇ। ਅਗਲਾ ਪ੍ਰਸ਼ਨ ਹੈ, ਸਜਾਵਟੀ ਇੱਟਾਂ ਦੇ ਨਿਸ਼ਾਨ ਸਿੰਧ ਘਾਟੀ ਸੱਭਿਅਤਾ ਦੇ ਕਿਸ ਕੇਂਦਰ ਤੋਂ ਮਿਲੇ ਸੀ? ਮੋਹਨਜੋਦੜੋ, ਜਨੋਜੋਦੜੋ, ਕਾਲੀਬੰਗਾ ਜਾਂ ਫਿਰ ਰੰਗਪੁਰ ਤੋਂ। ਤਾਂ ਇਹ ਮਿਲੇ ਸੀਗੇ ਜੀ ਕਾਲੀਬੰਗਾ ਤੋਂ। ਜੋ ਸਜਾਵਟੀ ਇੱਟਾਂ ਦੇ ਨਿਸ਼ਾਨ ਸੀਗੇ ਤਾਂ ਇਹ ਕਾਲੀਬੰਗਾ ਤੋਂ ਮਿਲੇ ਸੀਗੇ, ਜੋ ਸਿੰਧ ਘਾਟੀ ਸੱਭਿਅਤਾ ਦਾ ਕੇਂਦਰ ਸੀਗਾ। ਆਪਸ਼ਨ ਈ ਡੀ ਸਾਡਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ, ਸਿੰਧ ਘਾਟੀ ਸੱਭਿਅਤਾ ਸਮੇਂ ਇੱਟਾਂ ਦੀ ਕਿਹੜੀ ਮਿੱਟੀ ਦੀਆਂ ਜਿਹੜੀਆਂ ਬਣਾਈਆਂ ਜਾਂਦੀਆਂ ਸੀ? ਜਲੌੜ, ਕਾਲੀ ਮਿੱਟੀ, ਲੈਟਰਾਈਟ ਮਿੱਟੀ ਜਾਂ ਫਿਰ ਲਾਲ ਮਿੱਟੀ। ਤਾਂ ਸਿੰਧ ਘਾਟੀ ਸੱਭਿਅਤਾ ਸਮੇਂ ਜਿਹੜੀਆਂ ਇੱਟਾਂ ਸੀ ਇਹ ਜਲੋੜ ਮਿੱਟੀ ਦੀਆਂ ਬਣਾਈਆਂ ਜਾਂਦੀਆਂ ਸੀ। ਤਾਂ ਆਪਣੇ ਜਿਹੜੀ ਮਿੱਟੀ ਹੈ ਇਹ ਵੀ ਜਲੋੜ ਮਿੱਟੀ ਪਾਈ ਜਾਂਦੀ ਹੈ। ਪੰਜਾਬ ਟੈਟ ਦੇ ਵਿੱਚ ਵੀ ਇਹ ਕੁਐਸਚਨ ਪੁੱਛਿਆ ਗਿਆ ਸੀਗਾ। ਸੋ ਆਪਸ਼ਨ ਊੜਾ ਰਾਈਟ ਆਨਸਰ ਬਣੇਗਾ। ਅਗਲਾ ਪ੍ਰਸ਼ਨ ਹੈ, ਸਿੰਧ ਘਾਟੀ ਸੱਭਿਅਤਾ ਦੇ ਲੋਕਾਂ ਦੇ ਘਰ ਸੀ ਜਿਹੜੇ ਉਹ ਕਿਹੜੀ ਚੀਜ਼ ਦੇ ਬਣੇ ਹੋਏ ਸੀਗੇ? ਲੱਕੜ, ਪੱਥਰ, ਬਾਂਸ ਜਾਂ ਫਿਰ ਇੱਟਾਂ। ਤਾਂ ਇਹਦਾ ਆਨਸਰ ਤੁਹਾਨੂੰ ਪਤਾ ਲੱਗ ਗਿਆ ਹੋਵੇਗਾ, ਇੱਟਾਂ ਦੇ ਬਣੇ ਹੋਏ ਸੀਗੇ। ਸਿੰਧ ਘਾਟੀ ਸੱਭਿਅਤਾ ਦੇ ਜਿਹੜੇ ਲੋਕ ਸੀ ਤਾਂ ਇਹਨਾਂ ਦੇ ਘਰ ਸੀ ਜਿਹੜੇ ਇੱਟਾਂ ਦੇ ਬਣੇ ਸੀ। ਆਪਸ਼ਨ ਸੱਸਾ ਸਾਡਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ, ਹੜੱਪਾ ਸੱਭਿਅਤਾ ਦੇ ਕਿਹੜੇ ਕੇਂਦਰ ਤੋਂ ਊਠ ਦੀਆਂ ਹੱਡੀਆਂ ਦੇ ਨਿਸ਼ਾਨ ਸੀ ਜਿਹੜੇ ਮਿਲੇ ਸੀ? ਸੋ ਇਹ ਕੁਐਸਚਨ ਬਣ ਕੇ ਆ ਗਿਆ, ਜਿਵੇਂ ਤੁਹਾਨੂੰ ਦੱਸਿਆ ਸੀ ਉੱਪਰ ਆਪਾਂ ਕੁਐਸਚਨ ਕਰਿਆ ਸੀਗਾ। ਕਾਲੀਬੰਗਾ ਦਾ ਸਥਾਨ ਸੀ ਜਿੱਥੋਂ ਸਿੰਧ ਘਾਟੀ ਸੱਭਿਅਤਾ ਦੇ ਨਿਸ਼ਾਨ ਸੀ ਜਿਹੜੇ ਕਿਹੜੇ ਕਿਹੜੇ ਮਿਲੇ ਸੀਗੇ। ਸੋ ਇੱਥੇ ਜੋ ਆਨਸਰ ਦੇ ਵਿੱਚ ਆਪਸ਼ਨ ਪਾਈ ਹੋਈ ਸੀ ਊਠ ਦੀਆਂ ਹੱਡੀਆਂ, ਤਾਂ ਉਹਦਾ ਕੁਐਸਚਨ ਬਣਾ ਦਿੱਤਾ ਗਿਆ, ਹੜੱਪਾ ਸੱਭਿਅਤਾ ਦਾ ਕਿਹੜਾ ਕੇਂਦਰ ਹੈ ਜਿੱਥੋਂ ਊਠ ਦੀਆਂ ਹੱਡੀਆਂ ਦੇ ਨਿਸ਼ਾਨ ਮਿਲੇ ਸੀ? ਤਾਂ ਤੁਹਾਨੂੰ ਆਨਸਰ ਪਤਾ ਲੱਗ ਗਿਆ ਹੋਵੇਗਾ, ਕਾਲੀਬੰਗਾ। ਹੋਰ ਕਿਹੜੇ ਕਿਹੜੇ ਸੀਗੇ? ਖੂਹ, ਊਠ ਦੀਆਂ ਹੱਡੀਆਂ, ਚੂੜੀਆਂ। ਸੋ ਇਹ ਜਿਹੜੇ ਸਾਰੇ ਨਿਸ਼ਾਨ ਸੀ ਜਿਹੜੇ ਉਹ ਕਾਲੀਬੰਗਾ ਤੋਂ ਮਿਲੇ ਸੀ। ਇਸ ਤੋਂ ਇਲਾਵਾ ਸਜਾਵਟੀ ਇੱਟਾਂ ਦੇ ਨਿਸ਼ਾਨ ਨੇ ਜਿਹੜੇ ਉਹ ਵੀ ਕਾਲੀਬੰਗਾ ਤੋਂ ਮਿਲੇ ਸੀ। ਸੋ ਅਗਲਾ ਪ੍ਰਸ਼ਨ ਮੋਸਟ ਇੰਪੋਰਟੈਂਟ ਹੈ, ਲਗਭਗ ਹਰ ਵਾਰ ਐਗਜ਼ਾਮ ਦੇ ਵਿੱਚ ਪੁੱਛਿਆ ਗਿਆ, ਵਾਰ-ਵਾਰ ਪੁੱਛਿਆ ਜਾਂਦਾ ਹੈ। ਅਸ਼ਵ ਸ਼ਬਦ ਤੋਂ ਕੀ ਭਾਵ ਹੁੰਦਾ? ਬੈਲ, ਘੋੜਾ, ਗਾਂ ਜਾਂ ਫਿਰ ਹਾਥੀ। ਤਾਂ ਅਸ਼ਵ ਸ਼ਬਦ ਦਾ ਜਿਹੜਾ ਅਰਥ ਹੈ, ਇਸ ਤੋਂ ਭਾਵ ਹੈ ਤਾਂ ਉਹ ਹੁੰਦਾ ਜੀ ਘੋੜਾ। ਆਪਸ਼ਨ ਆੜਾ ਸਾਡਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ, ਹੜੱਪਾ ਸੱਭਿਅਤਾ ਦਾ ਇੱਕੋ ਇੱਕ ਕੇਂਦਰ ਦੱਸੋ ਜਿੱਥੇ ਘੋੜੇ ਦੀਆਂ ਹੱਡੀਆਂ ਦੇ ਚਿੰਨ੍ਹ ਮਿਲੇ ਸਨ। ਸੋ ਇਹ ਕੁਐਸਚਨ ਵੀ ਕਾਫੀ ਵਾਰ ਐਗਜ਼ਾਮ ਦੇ ਵਿੱਚ ਪੁੱਛਿਆ ਗਿਆ। ਧੌਲਾਵੀਰਾ, ਸੁਰਕੋਟਾ, ਹੜੱਪਾ ਜਾਂ ਫਿਰ ਬਨਵਾਲੀ। ਤਾਂ ਹੱਡੀਆਂ ਦੇ ਚਿੰਨ੍ਹ ਜਿੱਥੇ ਮਿਲੇ ਸੀਗੇ ਤਾਂ ਇਹ ਕੇਂਦਰ ਸੀਗਾ ਸੁਰਕੋਟਾ ਜਾਂ ਸੁਰਕੋਟੜਾ। ਸੁਰਕੋਟਾ ਵੀ ਪਾਇਆ ਜਾ ਸਕਦਾ ਹੈ, ਸੁਰਕੋਟੜਾ ਵੀ ਪਾਇਆ ਜਾ ਸਕਦਾ ਹੈ। ਆਪਸ਼ਨ ਆੜਾ ਸਾਡਾ ਰਾਈਟ ਆਨਸਰ ਆਏਗਾ।
ਸੋ ਦੋਸਤੋ ਇਹ ਅਗਲੇ ਭਾਗ ਦੇ ਅਗਲੇ ਮੋਸਟ ਇੰਪੋਰਟੈਂਟ ਕੁਐਸਚਨ ਸੀ। ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਅਤੇ ਅੱਗੇ ਸ਼ੇਅਰ ਜ਼ਰੂਰ ਕਰਦੇ ਕਰੋ। ਬਾਕੀ ਕੰਟੀਨਿਊ ਕਲਾਸਾਂ ਤੁਹਾਨੂੰ ਪ੍ਰੋਵਾਈਡ ਕਰਦੇ ਰਹਾਂਗੇ ਟੌਪਿਕ ਦੇ ਵਾਈਜ਼। ਸੋ ਮਿਲਦੇ ਹਾਂ ਜੀ ਅਗਲੇ ਭਾਗ ਦੇ ਵਿੱਚ ਅਗਲੇ ਨਵੇਂ MCQ ਪ੍ਰਸ਼ਨ ਉੱਤਰਾਂ ਨਾਲ। ਉਦੋਂ ਤੱਕ ਲਈ ਧੰਨਵਾਦ ਜੀ।